ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ। ਮੇਰਾ ਨਾਮ ਜਿਵੇਂ ਕਿ ਤੁਸੀਂ ਜਾਣਦੇ ਹੋ ਹਰਦੇਵ ਸਿੰਘ। ਅ ਪਿਛਲੇ ਕੁਝ ਮਹੀਨਿਆਂ 'ਚ ਮੈਂ ਕਹੂੰਗਾ 1-2 ਸਾਲਾਂ 'ਚ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਕੁਛ ਇੱਦਾਂ ਦਾ ਸੀ ਕਿ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ ਜਿਹਨੇ ਲੋਕਾਂ ਦੇ ਰਿਐਕਸ਼ਨ ਬਾਹਰ ਲੈ ਕੇ ਆਂਦੇ। ਪਹਿਲਾਂ ਫਾਰਮਰਸ ਪ੍ਰੋਟੈਸਟ ਚੱਲਿਆ ਐਂਡ ਉਸ ਤੋਂ ਬਾਅਦ ਇਲੈਕਸ਼ਨ ਦਾ ਦੌਰ ਆਇਆ ਅਤੇ ਹੁਣ ਕੁਛ ਇੱਦਾਂ ਦੀਆਂ ਘਟਨਾਵਾਂ ਪਿਛਲੇ ਮਹੀਨਿਆਂ 'ਚ ਹੋਈਆਂ ਜਿਹਦੇ ਅੰਦਰ ਬਹੁਤ ਸਾਰੇ ਲੋਕਾਂ ਨੇ ਆਪਣੇ ਵਿਚਾਰ ਸੋਸ਼ਲ ਮੀਡੀਆ ਦੇ ਰਾਹੀਂ ਪੇਸ਼ ਕੀਤੇ। ਇਹਨਾਂ 'ਚੋਂ ਕੁਝ ਲੋਕ ਖੁਦ ਨੂੰ ਆਪਣੀ ਫੀਲਡ ਦਾ ਵਿਸ਼ੇਸ਼ੱਗ ਕਹਿੰਦੇ ਆ ਅਤੇ ਹੋਣਗੇ ਵੀ। ਕੁਝ ਆਮ ਲੋਕ ਸੀਗੇ, ਯਾਨੀ ਹਰ ਇਨਸਾਨ ਸੋਸ਼ਲ ਮੀਡੀਆ 'ਤੇ ਜਿਵੇਂ ਆਇਆ ਹੋਇਆ ਸੀ ਅਤੇ ਆਪਣੀ ਆਪਣੀ ਰਾਏ ਪੇਸ਼ ਕਰ ਰਿਹਾ ਸੀਗਾ। ਮੈਨੂੰ ਇਹ ਸਾਰੀਆਂ ਚੀਜ਼ਾਂ ਦੇਖ ਕੇ ਮੈਂ 2 ਚੀਜ਼ਾਂ ਜਾਣੀਆਂ ਜੋ ਪੰਜਾਬੀਆਂ ਦੇ ਬਾਰੇ ਸੱਚ ਨੇ। ਪਹਿਲੀ ਚੀਜ਼ ਕਿ ਅਸੀਂ ਪੰਜਾਬੀ ਬਹੁਤ ਬਹਾਦਰ ਲੋਕ ਹਾਂ। ਜੇ ਸਾਨੂੰ ਕੁਝ ਗਲਤ ਹੁੰਦਾ ਦਿਖਦਾ ਹੈ ਤਾਂ ਅਸੀਂ ਉਹਦੇ ਖਿਲਾਫ ਲੜਦੇ ਹਾਂ। ਲੇਕਿਨ ਦੂਸਰੀ ਚੀਜ਼ ਜੋ ਮੈਨੂੰ ਮਾੜੀ ਚੀਜ਼ ਦਿਖੀ ਉਹ ਇਹ ਹੈ ਕਿ ਅਸੀਂ ਤਰਕ ਦੇ ਮਾਮਲੇ 'ਚ ਬੜੇ ਕਮਜ਼ੋਰ ਹਾਂ। ਸ਼ਾਇਦ ਇਹ ਸਿਰਫ ਸਾਡੀ ਸਮੱਸਿਆ ਨਹੀਂ ਹੈ, ਪੂਰੇ ਭਾਰਤ ਦੀ ਸਮੱਸਿਆ ਹੈ। ਸਾਡਾ ਐਜੂਕੇਸ਼ਨ ਸਿਸਟਮ ਦਾ ਕੋਈ ਵੀ ਪਾਰਟ ਇਸ ਚੀਜ਼ 'ਤੇ ਫੋਕਸ ਹੀ ਨਹੀਂ ਕਰਦਾ ਕਿ ਅਸੀਂ ਲੌਜੀਕਲੀ ਸਟਰੋਂਗ ਬਣੀਏ। ਜਦੋਂ ਵੀ ਸਾਡਾ ਲੌਜਿਕ ਕਮਜ਼ੋਰ ਹੁੰਦਾ, ਜਦੋਂ ਵੀ ਅਸੀਂ ਤਰਕ ਦੇ ਮਾਮਲੇ 'ਚ ਕਮਜ਼ੋਰ ਹੁੰਦੇ ਹਾਂ, ਯਾਨੀ ਕਿ ਅਸੀਂ ਬੁਰੇ ਤਰਕ ਅਤੇ ਚੰਗੇ ਤਰਕ ਦਾ ਫਰਕ ਨਹੀਂ ਸਮਝਦੇ, ਤਾਂ ਕੋਈ ਵੀ ਸਾਨੂੰ ਆਸਾਨੀ ਨਾਲ ਬਰਗਲਾ ਸਕਦਾ, ਕੋਈ ਵੀ ਸਾਨੂੰ ਨੈਗੇਟਿਵਲੀ ਇਨਫਲੂਐਂਸ ਕਰ ਸਕਦਾ। ਇਸ ਕਰਕੇ ਬੜਾ ਜ਼ਰੂਰੀ ਹੁੰਦਾ ਹੈ ਕਿ ਮੈਨੀਪੂਲੇਸ਼ਨ ਤੋਂ ਬਚਣ ਲਈ ਅਤੇ ਖੁਦ ਜਾਣੇ ਅਣਜਾਣੇ ਕਿਸੇ ਨੂੰ ਮੈਨੀਪੂਲੇਟ ਕਰਨ ਤੋਂ ਬਚਣ ਲਈ ਤੁਹਾਡਾ ਜਿਹੜਾ ਤਰਕ ਵਾਲਾ ਪਾਰਟ ਹੈ ਉਹ ਸਟਰੋਂਗ ਹੋਵੇ। ਤਾਂ ਇਹੀ ਸਾਰਾ ਮਾਹੌਲ, ਇਹੀ ਸਾਰੀਆਂ ਚੀਜ਼ਾਂ ਦੇਖ ਕੇ ਮੇਰੇ ਮਨ 'ਚ ਖਿਆਲ ਆਇਆ ਕਿ ਕਿਉਂ ਨਾ ਜੋ ਤਰਕ ਬਾਰੇ ਚੀਜ਼ਾਂ ਮੈਂ ਸਿੱਖੀਆਂ ਕਿ ਚੰਗਾ ਤਰਕ ਕੀ ਹੁੰਦਾ, ਮਾੜਾ ਤਰਕ ਕੀ ਹੁੰਦਾ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਜ਼ਰੂਰੀ ਹੁੰਦਾ ਕਿ ਇਹ ਕਮੀਆਂ ਸਾਨੂੰ ਸਿਰਫ ਲੋਕਾਂ 'ਚ ਨਾ ਦਿਖਣ, ਆਪਣੇ ਅੰਦਰ ਵੀ ਦਿਖਣ। ਤਾਂ ਅੱਜ ਜਿਹੜੀ ਕਮੀ ਦੀ ਆਪਾਂ ਗੱਲ ਕਰ ਰਹੇ ਹਾਂ ਉਹਨੂੰ ਕਹਿੰਦੇ ਆ ਐਡ ਹੋਮਿਨਮ। ਐਡ ਹੋਮਿਨਮ ਇੱਕ ਤਰਕ ਦੀ ਬਹੁਤ ਹੀ ਆਮ ਗਲਤੀ ਹੁੰਦੀ ਹੈ ਜੋ ਖਾਸ ਕਰਕੇ ਕੋਰਟ ਰੂਮਸ ਦੇ ਅੰਦਰ ਅਤੇ ਪੋਲੀਟਿਕਸ ਦੇ ਅੰਦਰ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਮੈਂ ਵੀ ਕਹੂੰਗਾ ਕਿ ਪਰਸਨਲ ਰਿਲੇਸ਼ਨਸ, ਸੋਸ਼ਲ ਰਿਲੇਸ਼ਨਸ ਦੇ ਅੰਦਰ ਵੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਐਡ ਹੋਮਿਨਮ ਉਹ ਫੈਲੇਸੀ ਹੁੰਦੀ ਹੈ ਜਿਹਦੇ ਅੰਦਰ ਅਸੀਂ ਕਿਸੇ ਦੀ ਦਲੀਲ ਨੂੰ ਇਹ ਦੇਖਣ ਲਈ ਵੀ ਇਹ ਕਿੰਨੀ ਕਮਜ਼ੋਰ ਹੈ, ਕਿੰਨੀ ਮਜ਼ਬੂਤ ਹੈ, ਸੱਚ ਹੈ, ਝੂਠ ਹੈ, ਅਸੀਂ ਉਸ ਪਰਸਨ 'ਤੇ ਅਟੈਕ ਕਰ ਦਿੰਦੇ ਹਾਂ। ਯਾਨੀ ਦਲੀਲ ਦਾ ਜਵਾਬ ਦੇਣ ਦੀ ਬਜਾਏ ਅਸੀਂ ਦਲੀਲ ਦਾ ਜਵਾਬ ਨਹੀਂ ਦਿੰਦੇ, ਅਸੀਂ ਪਰਸਨ ਨੂੰ ਅਟੈਕ ਕਰ ਦਿੰਦੇ ਹਾਂ ਅਤੇ ਸਾਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਦਲੀਲ ਦਾ ਜਵਾਬ ਦੇ ਦਿੱਤਾ। ਜੇ ਮੈਂ ਤੁਹਾਨੂੰ ਇੱਕ ਇਹਦਾ ਉਦਾਹਰਨ ਦੇਵਾਂ, ਮੰਨ ਲਓ ਕੋਈ ਇਨਸਾਨ ਆ ਕੇ ਤੁਹਾਨੂੰ ਕਹਿੰਦਾ ਕਿ ਯਾਰ ਜੇ ਦੁਨੀਆ 'ਤੇ ਰੱਬ ਹੈ ਅਤੇ ਉਹ ਰੱਬ ਨਿਆਏ ਪ੍ਰਿਯ ਹੈ, ਉਹਨੂੰ ਨਿਆਏ ਚੰਗਾ ਲੱਗਦਾ ਹੈ ਵੀ ਨਿਆਂ ਹੋਵੇ ਸਾਰਿਆਂ ਨਾਲ, ਤਾਂ ਫਿਰ ਇੱਦਾਂ ਕਿਉਂ ਹੁੰਦਾ ਕਿ ਯਾਰ ਜਿਹੜੇ ਛੋਟੇ ਛੋਟੇ ਬੱਚੇ ਵਿਚਾਰੇ ਉਹਨਾਂ ਨੂੰ ਕੈਂਸਰ ਹੋ ਜਾਂਦਾ, ਫਿਰ ਰੱਬ ਕਿੱਥੇ ਬੈਠਾ ਹੁੰਦਾ। ਹੁਣ ਆਰਗੂਮੈਂਟ, ਦਲੀਲ ਤਾਂ ਬਹੁਤ ਵਧੀਆ ਹੈ, ਯਾਨੀ ਜੇ ਇਹਦੇ ਬਾਰੇ ਸੋਚਿਆ ਜਾਵੇ ਤਾਂ ਇਹਦਾ ਜਵਾਬ ਦੇਣਾ ਬੜਾ ਹੀ ਮੁਸ਼ਕਿਲ ਹੈ। ਤਾਂ ਜਵਾਬ ਤੁਹਾਡੇ ਕੋਲ ਹੈ ਨਹੀਂ, ਲੇਕਿਨ ਰੱਬ ਦੇ ਅੰਦਰ ਸ਼ਰਧਾ ਤੁਹਾਡੇ ਅੰਦਰ ਹੈ, ਤਾਂ ਤੁਸੀਂ ਕਹਿ ਦਿੰਦੇ ਹੋ ਯਾਰ ਤੈਨੂੰ ਕੀ ਪਤਾ, ਰੱਬ ਤੇਰੀ ਸੋਚ ਤੋਂ ਪਰੇ ਹੈ। ਇਹੀ ਐਡ ਹੋਮਿਨਮ ਫੈਲੇਸੀ ਹੈ। ਜਦੋਂ ਸਾਡੇ ਕੋਲ ਕਿਸੇ ਦੀ ਦਲੀਲ ਦਾ ਜਵਾਬ ਨਾ ਹੋਵੇ, ਜਾਂ ਹੁੰਦੇ ਹੋਏ ਵੀ ਜੇਕਰ ਅਸੀਂ ਦਲੀਲ ਦਾ ਜਵਾਬ ਦੇਣ ਦੀ ਬਜਾਏ ਉਸ ਪਰਸਨ 'ਤੇ ਅਟੈਕ ਕਰ ਦਿੰਦੇ ਹਾਂ ਅਤੇ ਉਹਦੇ ਰਾਹੀਂ ਇਹ ਸੋਚਦੇ ਹਾਂ ਕਿ ਉਹ ਦਲੀਲ ਖਾਰਜ ਹੋ ਜਾਂਦੀ ਹੈ, ਡਿਸਕ੍ਰੈਡਿਟ ਹੋ ਜਾਂਦੀ ਹੈ, ਤਾਂ ਇਸੇ ਨੂੰ ਕਿਹਾ ਜਾਂਦਾ ਐਡ ਹੋਮਿਨਮ ਫੈਲੇਸੀ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੀ ਹੈ, ਪੋਲੀਟਿਕਸ ਅਤੇ ਕੋਰਟ ਰੂਮਸ ਦੇ ਅੰਦਰ ਇਹ ਬਹੁਤ ਕਾਮਨ ਹੈ। ਆਮ ਜ਼ਿੰਦਗੀ 'ਚ ਵੀ ਜਦੋਂ ਸਾਡੀਆਂ ਆਰਗੂਮੈਂਟਸ ਹੁੰਦੀਆਂ, ਚਾਹੇ ਉਹ ਪੋਜ਼ੀਟਿਵ ਕਿਸਮ ਦੀਆਂ ਹੋਣ, ਚਾਹੇ ਲੜਾਈ ਵਾਲੇ ਕਿਸਮ ਦੀਆਂ ਹੋਣ, ਤਾਂ ਅਸੀਂ ਇਹਦਾ ਬਹੁਤ ਪ੍ਰਯੋਗ ਕਰਦੇ ਹਾਂ, ਜੋ ਸਾਨੂੰ ਨਹੀਂ ਕਰਨਾ ਚਾਹੀਦਾ। ਅਤੇ ਜਦੋਂ ਕੋਈ ਕਰੇ ਤਾਂ ਸਾਡੇ ਅੰਦਰ ਇਹ ਐਬਿਲਿਟੀ ਹੋਣੀ ਚਾਹੀਦੀ ਹੈ ਕਿ ਅਸੀਂ ਫੜ ਸਕੀਏ ਵੀ ਉਹ ਇੱਕ ਲੌਜੀਕਲ ਫੈਲੇਸੀ ਦਾ ਇਸਤੇਮਾਲ ਕਰ ਰਿਹਾ। ਅੱਛਾ, ਜੋ ਐਡ ਹੋਮਿਨਮ ਹੁੰਦੀ ਹੈ ਇਹਦੀਆਂ ਮੋਟੇ ਤੌਰ 'ਤੇ 3 ਕਿਸਮਾਂ ਹੁੰਦੀਆਂ। ਪਹਿਲੀ ਨੂੰ ਅਸੀਂ ਕਹਿੰਦੇ ਹਾਂ ਐਬਿਊਜ਼ਿਵ। ਐਬਿਊਜ਼ਿਵ ਦਾ ਮਤਲਬ ਹੈ ਸਾਹਮਣੇ ਵਾਲੇ ਦੀ ਬੇਇੱਜ਼ਤੀ ਕਰਕੇ ਉਹਦੀ ਦਲੀਲ ਨੂੰ ਡਿਸਕ੍ਰੈਡਿਟ ਕਰਨਾ। ਤਾਂ ਉਦਾਹਰਨ ਦੇ ਤੌਰ 'ਤੇ ਜੇ ਕੋਈ ਇਨਸਾਨ, ਤੁਹਾਡੇ ਪਿੰਡ ਦਾ ਇਨਸਾਨ ਹੈ, ਉਹ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ, ਅਤੇ ਉਹ ਤੁਹਾਨੂੰ ਆ ਕੇ ਕਹਿੰਦਾ ਯਾਰ ਜਿਸ ਤੇਜ਼ੀ ਨਾਲ ਮੌਸਮ ਬਦਲ ਰਿਹਾ ਹੈ, ਕਲਾਈਮੇਟ ਚੇਂਜ ਹੋ ਰਿਹਾ ਹੈ, ਬਹੁਤ ਚਿੰਤਾ ਦੀ ਗੱਲ ਹੈ, ਸਰਕਾਰਾਂ ਨੂੰ, ਸਾਨੂੰ ਰਲ ਕੇ ਇਹਦੇ ਬਾਰੇ ਕੁਛ ਨਾ ਕੁਛ ਕਰਨਾ ਚਾਹੀਦਾ। ਤਾਂ ਤੁਸੀਂ ਉਹਨੂੰ ਕਹਿ ਦਿੰਦੇ ਹੋ ਜੀ ਯਾਰ ਤੂੰ ਕਾਲਜ ਤਾਂ ਗਿਆ ਨਹੀਂ, ਤੈਨੂੰ ਬੜਾ ਪਤਾ ਹੈ। ਤੁਹਾਨੂੰ ਲੱਗਦਾ ਕਿ ਤੁਸੀਂ ਉਹਦੀ ਦਲੀਲ ਦਾ ਜਵਾਬ ਦੇ ਦਿੱਤਾ। ਨਹੀਂ, ਤੁਸੀਂ ਉਹਦੀ ਦਲੀਲ ਦਾ ਜਵਾਬ ਨਹੀਂ ਦਿੱਤਾ, ਤੁਸੀਂ ਤਰਕ ਦੀ ਇੱਕ ਕਮਜ਼ੋਰੀ ਜ਼ਾਹਿਰ ਕੀਤੀ ਹੈ। ਤਾਂ ਇਹ ਹੁੰਦਾ ਐਬਿਊਜ਼ਿਵ, ਜਦੋਂ ਅਸੀਂ ਸਾਹਮਣੇ ਵਾਲੇ ਦੀ ਬੇਇੱਜ਼ਤੀ ਕਰਕੇ ਇਹ ਮਹਿਸੂਸ ਕਰਦੇ ਹਾਂ ਕਿ ਅਸੀਂ ਤਰਕ ਦਾ ਜਵਾਬ ਦੇ ਚੁੱਕੇ ਹਾਂ। ਦੂਸਰਾ ਹੁੰਦਾ ਸਰਕਮਸਟੈਂਸ਼ੀਅਲ, ਜਦੋਂ ਤੁਸੀਂ ਕਿਸੇ ਇਨਸਾਨ ਦੇ ਜ਼ਿੰਦਗੀ ਦੇ ਹਾਲਾਤਾਂ ਦੇ ਆਧਾਰ 'ਤੇ ਉਹਦੇ ਐਕਸ਼ਨਸ ਜਾਂ ਉਹਦੀ ਆਰਗੂਮੈਂਟ ਜਾਂ ਉਹਦੀ ਕਹੀ ਗੱਲ ਨੂੰ ਜੱਜ ਕਰਦੇ ਹੋ। ਉਦਾਹਰਨ ਦੇ ਤੌਰ 'ਤੇ ਤੁਸੀਂ ਕਾਰ ਖਰੀਦਣ ਗਏ ਸੈਕਿੰਡ ਹੈਂਡ, ਅਤੇ ਉੱਥੇ ਜੋ ਸੇਲਸਮੈਨ ਹੈ
ਉਹਨੇ ਤੁਹਾਨੂੰ ਕਿਹਾ ਜੀ ਆਹ ਕਾਰ ਬਹੁਤ ਵਧੀਆ ਹੈ, ਇੰਨੇ ਰੁਪਏ 'ਚ ਤੁਹਾਨੂੰ ਮਿਲ ਰਹੀ ਹੈ, ਇਹਦੀ ਬਹੁਤ ਵਧੀਆ ਕੰਡੀਸ਼ਨ ਹੈ ਅਤੇ ਕਾਰ ਮਾਈਲੇਜ ਵੀ ਬਹੁਤ ਵਧੀਆ ਦਿੰਦੀ ਹੈ। ਅਤੇ ਤੁਸੀਂ ਮਨ 'ਚ ਸੋਚਿਆ ਯਾਰ ਇਹ ਤਾਂ ਕਹੂਗਾ ਹੀ, ਇਹਨੇ ਤਾਂ ਵੇਚਣੀ ਹੈ। ਇਹ ਵੀ ਇੱਕ ਲੌਜੀਕਲ ਫੈਲੇਸੀ ਹੈ। ਇਹ ਗੱਲ ਬਿਲਕੁਲ ਸੱਚ ਹੈ ਕਿ ਸੇਲਸਮੈਨ ਦਾ ਕੰਮ ਵੇਚਣਾ ਹੈ, ਲੇਕਿਨ ਉਹਨੇ ਜੋ ਗੱਲ ਕਹੀ ਹੈ ਕਿ ਇਹ ਕਾਰ ਦੀ ਮਾਈਲੇਜ ਬਹੁਤ ਵਧੀਆ ਹੈ, ਬਹੁਤ ਕੰਡੀਸ਼ਨ 'ਚ ਹੈ, ਤੁਹਾਨੂੰ ਉਹਨੂੰ ਜਾਂਚਣ ਦੀ ਜ਼ਰੂਰਤ ਸੀ, ਲੇਕਿਨ ਤੁਸੀਂ ਉਹਨੂੰ ਖਾਰਜ ਇਹ ਕਹਿ ਕੇ ਕਰਤਾ ਵੀ ਇਹ ਇਨਸਾਨ ਨੇ ਤਾਂ ਵੇਚਣੀ ਹੈ, ਇਹਦਾ ਮਤਲਬ ਇਹ ਝੂਠ ਹੀ ਬੋਲ ਰਿਹਾ, ਜੋ ਜ਼ਰੂਰੀ ਨਹੀਂ ਹੈ ਸੱਚ ਹੋਵੇ। ਤਾਂ ਤੁਸੀਂ ਹਾਲਾਤਾਂ ਨੂੰ ਦੇਖ ਕੇ ਕਿ ਇਹ ਇਨਸਾਨ ਜੋ ਬੋਲ ਰਿਹਾ ਹੈ, ਇਹ ਬੋਲਣ ਵਾਲਾ ਇਨਸਾਨ ਸੇਲਸਮੈਨ ਹੈ, ਉਹਦੇ ਆਧਾਰ 'ਤੇ ਜੋ ਉਹ ਬੋਲ ਰਿਹਾ ਤੁਸੀਂ ਉਹਨੂੰ ਖਾਰਜ ਕਰਤਾ, ਤੁਸੀਂ ਤਰਕ ਦੀ ਕਮਜ਼ੋਰੀ ਜ਼ਾਹਿਰ ਕੀਤੀ। ਤੀਸਰਾ ਹੁੰਦਾ ਅਤੇ ਜੇ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੁੰਦਾ, ਪੋਲੀਟਿਕਸ 'ਚ ਬਹੁਤ ਦੇਖਣ ਨੂੰ ਮਿਲਦਾ, ਇਹਨੂੰ ਕਿਹਾ ਜਾਂਦਾ ਗਿਲਟ ਬਾਈ ਐਸੋਸੀਏਸ਼ਨ। ਯਾਨੀ ਕਿਸੇ ਇਨਸਾਨ ਦੇ ਖਿਲਾਫ ਦਲੀਲ ਦੇ ਖਿਲਾਫ ਤਾਂ ਅਸੀਂ ਬੋਲਣਾ ਕੀ ਸੀ, ਉਸ ਇਨਸਾਨ ਦੇ ਖਿਲਾਫ ਸਾਡੇ ਕੋਲ ਬੋਲਣ ਲਈ ਕੁਛ ਹੈ ਨਹੀਂਗਾ। ਫਿਰ ਅਸੀਂ ਕੀ ਕਰਦੇ ਹਾਂ ਵੀ ਉਹ ਇਨਸਾਨ ਜਿਹੜੀ ਚੀਜ਼ ਨਾਲ ਜਾਂ ਜਿਹੜੇ ਇਨਸਾਨ ਨਾਲ ਜੁੜਿਆ ਹੋਇਆ ਉਹਦੇ ਬਾਰੇ ਬੁਰਾ ਬੋਲ ਕੇ ਦਲੀਲ ਖਾਰਿਜ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੈਨੂੰ ਕਿਸੇ ਮਿੱਤਰ ਪਿਆਰੇ ਨੇ ਸ਼ਾਇਦ ਇੱਕ ਵਾਰੀ ਇੱਕ ਵੀਡੀਓ ਭੇਜੀ ਸੀ, ਸ਼ਾਇਦ ਫੋਟੋ ਭੇਜੀ ਸੀ, ਜਿਹਦੇ ਅੰਦਰ ਕੇਜਰੀਵਾਲ, ਬੜੇ ਸਾਲ ਪੁਰਾਣੀ ਕੋਈ ਫੋਟੋ ਸੀਗੀ, ਜਿਹਦੇ ਅੰਦਰ ਸਵਦੇਸ਼ੀ ਮੰਚ 'ਤੇ ਕੇਜਰੀਵਾਲ ਲੈਕਚਰ ਦੇ ਰਿਹਾ ਸੀ। ਜਿੱਥੋਂ ਤੱਕ ਮੈਨੂੰ ਯਾਦ ਹੈ ਰਾਈਟ ਟੂ ਇਨਫੋਰਮੇਸ਼ਨ ਐਕਟ ਦਾ ਕਿਉਂ ਹੋਣਾ ਜ਼ਰੂਰੀ ਹੈ ਉਸ ਵਿਸ਼ੇ 'ਤੇ ਸੀਗਾ। ਹੁਣ ਸਵਦੇਸ਼ੀ ਮੰਚ ਜੋ ਹੈ ਉਹ RSS ਦਾ ਇੱਕ ਪਾਰਟ ਹੈ। RSS ਯਾਨੀ ਰਾਸ਼ਟਰੀ ਸਵੈਮ ਸੇਵਕ ਸੰਘ, ਜੋ BJP ਦਾ ਇੱਕ ਪਾਰਟ ਹੈ। ਇਹਦੇ ਰਾਹੀਂ ਉਹਨੇ ਕਿਹਾ ਕਿ ਕੇਜਰੀਵਾਲ ਦੀ ਕੋਈ ਵੀ ਗੱਲ ਨਹੀਂ ਮੰਨਣੀ ਚਾਹੀਦੀ ਕਿਉਂਕਿ ਇਹ ਤਾਂ BJP ਦਾ ਬੰਦਾ ਹੈ। ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਸਵਦੇਸ਼ੀ ਮੰਚ ਹੈ, ਇਹਦੇ 'ਤੇ ਮੈਨੂੰ ਵੀ ਬੁਲਾਇਆ ਗਿਆ ਸੀ, ਇੱਕ ਵਾਰੀ ਇਨਵਾਈਟ ਕੀਤਾ ਗਿਆ ਸੀ 3-4 ਸਾਲ ਪਹਿਲਾਂ। ਮੈਂ ਗਿਆ ਨਹੀਂ ਕਿਉਂਕਿ ਉਦੋਂ ਤੱਕ BJP ਨੇ ਆਪਣੀ ਰੈਪੂਟੇਸ਼ਨ ਇੰਨੀ ਖਰਾਬ ਕਰ ਲਈ ਸੀ ਕਿ ਮੈਂ ਨਹੀਂ ਸੀ ਜੁੜਨਾ ਚਾਹੁੰਦਾ ਉਹਦੇ ਨਾਲ। ਬਟ ਇੱਕ 15 ਜਾਂ 20 ਸਾਲ ਪੁਰਾਣੀ ਇੱਕ ਵੀਡੀਓ ਨੂੰ ਉਠਾ ਕੇ ਇਹ ਕਹਿਣਾ ਕਿ ਕਿਉਂਕਿ ਸਵਦੇਸ਼ੀ ਮੰਚ BJP ਦਾ ਪਾਰਟ ਹੈ ਅਤੇ BJP ਗਲਤ ਹੈ, ਇਸ ਕਰਕੇ ਕੇਜਰੀਵਾਲ ਵੀ ਗਲਤ ਹੈ, ਇਹ ਵੀ ਐਡ ਹੋਮਿਨਮ ਫੈਲੇਸੀ ਹੈ। ਮੈਂ ਇਹਦਾ ਇੱਕ ਹੋਰ ਉਦਾਹਰਨ ਤੁਹਾਨੂੰ ਦਿੰਦਾ। ਕੁਝ ਸਾਲ ਪਹਿਲਾਂ ਦਿੱਲੀ 'ਚ ਆਮ ਆਦਮੀ ਸਰਕਾਰ ਜੋ ਸੀਗੀ, ਉਹਨੇ ਇੱਕ ਕਰਿਕੂਲਮ ਲਾਗੂ ਕੀਤਾ ਦੇਸ਼ ਭਗਤੀ ਦਾ, ਕਿ ਹੁਣ ਅਸੀਂ ਬੱਚਿਆਂ ਨੂੰ ਦੇਸ਼ ਭਗਤੀ ਬਾਰੇ ਵੀ ਸਿਖਾਇਆ ਕਰਾਂਗੇ। ਹਾਲਾਂਕਿ ਇਹ ਗੱਲ ਬਿਲਕੁਲ ਸੱਚ ਹੈ ਕਿ ਮੈਂ ਵੀ ਕੋਈ ਬਹੁਤ ਵੱਡਾ ਦੇਸ਼ ਭਗਤ ਖੁਦ ਨੂੰ ਨਹੀਂ ਮੰਨਦਾ, ਅਤੇ ਮੈਂ ਇਹ ਵੀ ਨਹੀਂ ਮੰਨਦਾ ਕਿ ਦੇਸ਼ ਭਗਤੀ ਕਿਸੇ ਦੇਸ਼ ਦੀ ਤਰੱਕੀ ਲਈ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੈ। ਫਰਾਂਸ ਵਰਗੇ ਦੇਸ਼ ਜੋ ਦੁਨੀਆ ਦੇ ਟੌਪ 5 ਦੇਸ਼ਾਂ ਵਿੱਚੋਂ ਉਹ ਕੋਈ ਦੇਸ਼ ਭਗਤਾਂ ਨਾਲ ਨਹੀਂ ਭਰੇ ਹੋਏ। ਬਟ ਚਲੋ, ਦਿੱਲੀ ਸਰਕਾਰ ਨੂੰ ਲੱਗਿਆ ਕਿ ਦੇਸ਼ ਭਗਤੀ ਬੱਚਿਆਂ ਨੂੰ ਸਿਖਾਉਣ ਦੀ ਜ਼ਰੂਰਤ ਹੈ। ਅਤੇ ਕਈ ਲੋਕ ਕਹਿ ਰਹੇ ਸੀ ਕਿ ਦੇਖੋ ਆਹੀ ਭਾਸ਼ਾ ਤਾਂ BJP ਬੋਲਦੀ ਹੈ, BJP ਵੀ ਸਾਰਾ ਦਿਨ ਦੇਸ਼ ਭਗਤੀ ਕਰਦੀ ਰਹਿੰਦੀ ਹੈ, ਹੁਣ ਕੇਜਰੀਵਾਲ ਵੀ ਦੇਸ਼ ਭਗਤੀ ਦੀ ਗੱਲ ਕਰ ਰਿਹਾ, ਇਹਦਾ ਮਤਲਬ ਕੇਜਰੀਵਾਲ ਗਲਤ ਹੈ ਕਿਉਂਕਿ BJP ਗਲਤ ਹੈ, ਕਿਉਂਕਿ ਤੁਸੀਂ ਐਸੋਸੀਏਟ ਕਰ ਲਿਆ। ਇਹਨੂੰ ਕਹਿੰਦੇ ਗਿਲਟੀ ਬਾਈ ਐਸੋਸੀਏਸ਼ਨ। ਜੇ ਮੈਂ ਸਮਰੀ ਕਰਾਂ, ਕਿਸੇ ਦੀ ਬੇਇੱਜ਼ਤੀ ਕਰਕੇ ਉਹਦੀ ਦਲੀਲ ਨੂੰ ਡਿਸਕ੍ਰੈਡਿਟ ਕਰਨਾ, ਕਿਸੇ ਦੇ ਹਾਲਾਤਾਂ ਨੂੰ ਦੇਖ ਕੇ, ਉਹਦੇ ਪੇਸ਼ੇ ਨੂੰ ਦੇਖ ਕੇ ਜਾਂ ਹੋਰ ਹਾਲਾਤਾਂ ਨੂੰ ਦੇਖ ਕੇ ਉਹਦੀ ਦਲੀਲ ਨੂੰ ਡਿਸਕ੍ਰੈਡਿਟ ਕਰਨਾ, ਜਾਂ ਇਹ ਦੇਖ ਕੇ ਕਿਸੇ ਦੀ ਦਲੀਲ ਨੂੰ ਡਿਸਕ੍ਰੈਡਿਟ ਕਰਨਾ ਕਿ ਇਹ ਬੰਦਾ ਤਾਂ ਫਲਾਣੇ ਬੰਦੇ ਨਾਲ ਫਿਰਦਾ ਸੀਗਾ, ਇਹ ਸਾਰੇ ਬੁਰੇ ਤਰਕ ਦੀਆਂ ਨਿਸ਼ਾਨੀਆਂ ਹੁੰਦੀਆਂ। ਤਾਂ ਅਸੀਂ ਅੱਜ ਕੀ ਸਿੱਖਿਆ? ਪਹਿਲੀ ਚੀਜ਼, ਜਿਹੜੇ ਪਰਸਨਲ ਰਿਮਾਰਕਸ ਹੁੰਦੇ ਆ, ਕਿਸੇ ਦੇ ਬਾਰੇ ਕੀਤੇ ਗਏ ਨਿੱਜੀ ਕਮੈਂਟਸ, ਉਹ ਕਦੇ ਵੀ ਆਪਣੀ ਜਾਂ ਕਿਸੇ ਦੀ ਦਲੀਲ ਨੂੰ ਸਪੋਰਟ ਕਰਨ ਦਾ ਕੋਈ ਤਰੀਕਾ ਨਹੀਂ ਹੋ ਸਕਦੇ, ਉਹਨਾਂ ਦੀ ਕੋਈ ਵੈਲਿਡਿਟੀ ਨਹੀਂ ਹੈ। ਦੂਸਰੀ ਚੀਜ਼, ਜੇਕਰ ਕੋਈ ਇਨਸਾਨ ਤੁਹਾਨੂੰ ਦਿਖਦਾ ਉਹ ਅਕਸਰ ਦਲੀਲਾਂ ਦਿੰਦੇ ਹੋਏ ਪਰਸਨਲ ਰਿਮਾਰਕਸ ਕਰਦਾ, ਦੂਜੇ ਦੇ ਕਰੈਕਟਰ 'ਤੇ ਸਵਾਲ ਉਠਾਉਂਦਾ, ਨੀਅਤ 'ਤੇ ਸਵਾਲ ਉਠਾਉਂਦਾ, ਇਹ ਇਸ ਗੱਲ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਇੱਕ ਬੁਰਾ ਕ੍ਰਿਟੀਕਲ ਥਿੰਕਰ ਹੈ। ਤੀਸਰੀ ਚੀਜ਼, ਜਦੋਂ ਵੀ ਆਪਣੀ ਜ਼ਿੰਦਗੀ ਦੇ ਅੰਦਰ ਦਲੀਲ ਦਿੰਦੇ ਹੋਏ ਤੁਹਾਡੇ ਮਨ 'ਚ ਆਵੇ ਕਿ ਜਿਹਦੇ ਖਿਲਾਫ ਤੁਸੀਂ ਦਲੀਲ ਦੇ ਰਹੇ ਹੋ ਤੁਸੀਂ ਉਹਦੇ ਬਾਰੇ ਕੁਝ ਬੁਰਾ ਬੋਲੋ, ਤਾਂ ਤੁਹਾਨੂੰ ਇਹ ਸਮਝ ਆਉਣਾ ਚਾਹੀਦਾ ਕਿ ਉਸੇ ਹੀ ਲੌਜੀਕਲ ਫੈਲੇਸੀ ਯਾਨੀ ਕਿ ਐਡ ਹੋਮਿਨਮ ਦਾ ਤੁਸੀਂ ਖੁਦ ਸ਼ਿਕਾਰ ਹੋ ਰਹੇ ਹੋ। ਤਾਂ ਇਹ ਸੀ ਅੱਜ ਦੀ ਵੀਡੀਓ। ਇਹ ਸੀਰੀਜ਼ ਦੇ ਅੰਦਰ ਇੱਦਾਂ ਦੀਆਂ ਹੀ ਵੀਡੀਓ ਚੱਲਦੀਆਂ ਰਹਿਣਗੀਆਂ। ਆਈ ਹੋਪ ਤੁਸੀਂ ਕੁਛ ਨਾ ਕੁਛ ਅੱਜ ਸਿੱਖਿਆ ਹੋਣਾ। ਅਸੀਂ ਮਿਲਦੇ ਹਾਂ ਅਗਲੀ ਵੀਡੀਓ 'ਚ।